Hello students, I am Vishal Goyal, Assistant Professor from Department of Computer Science, Shri Lal Bahadur Shastri, Arya Mahila College, Barnala. Computer System Architecture ਦਾ ਅੱਜ ਆਪਾਂ ਦੇਖਣ ਜਾ ਰਹੇ ਹਾਂ 5th ਲੈਕਚਰ that is on addressing modes। ਆਪਾਂ ਨੂੰ ਪਤਾ ਹੈ ਕਿ ਇੰਸਟਰਕਸ਼ਨਸ ਦੇ ਵਿੱਚ ਆਪਣੇ ਕੋਲ ਤਿੰਨ ਪਾਰਟਸ ਹੁੰਦੇ ਨੇ addressing modes, opcode and operands ਜਿਹੜਾ ਕਿ ਆਪਾਂ ਲਾਸਟ ਲੈਕਚਰ 'ਚ ਡਿਫਾਈਨ ਕਰਕੇ ਹਟੇ ਹਾਂ। ਸੋ ਓਪਰੈਂਡਸ ਨੂੰ ਆਪਾਂ ਕਿਵੇਂ ਐਕਸੈਸ ਕਰਨਾ ਹੈ ਉਹ ਕਿਹਦੇ ਉੱਤੇ ਡਿਪੈਂਡ ਕਰਦਾ ਹੈ ਐਡਰੈਸਿੰਗ ਮੋਡਸ ਦੇ ਉੱਤੇ। ਹਰੇਕ ਸਿਸਟਮ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਐਡਰੈਸਿੰਗ ਮੋਡਸ ਯੂਜ਼ ਹੋ ਸਕਦੇ ਆ ਅਤੇ ਉਹ ਐਡਰੈਸਿੰਗ ਮੋਡ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਆਪਾਂ ਓਪਰੈਂਡਸ ਨੂੰ ਕਿਵੇਂ ਐਕਸੈਸ ਕਰਨਾ ਹੈ। ਸੋ ਦੇਖੋ ਦੀ ਓਪਰੈਂਡ ਜਾਂ ਡਾਟਾ ਕਹਿ ਸਕਦੇ ਹਾਂ। The operand of an instruction is stored in main memory or CPU register। ਆਪਾਂ ਨੂੰ ਪਤਾ ਹੈ ਕਿ ਜਿਹੜਾ ਵੀ ਡਾਟਾ ਹੈ ਉਹ ਕਿੱਥੇ ਸਟੋਰ ਹੁੰਦਾ ਆਪਣਾ ਮੈਮਰੀ ਦੇ ਵਿੱਚ ਜਾਂ ਫਿਰ CPU ਰਜਿਸਟਰਸ ਦੇ ਵਿੱਚ। Different methods are used to specify the operands in memory or register। ਮੈਮਰੀ ਤੇ ਰਜਿਸਟਰ ਦੇ ਵਿੱਚ ਵੀ ਜਿਹੜੇ ਓਪਰੈਂਡਸ ਪਏ ਨੇ ਉਹਨਾਂ ਨੂੰ ਸਪੈਸੀਫਾਈ ਕਰਨ ਵਾਸਤੇ ਆਪਾਂ ਡਿਫਰੈਂਟ ਮੈਥਡ ਯੂਜ਼ ਕਰਦੇ ਹਾਂ ਤੇ ਉਹ ਡਿਫਰੈਂਟ ਮੈਥਡਸ ਨੂੰ ਆਪਾਂ ਕੀ ਬੋਲਦੇ ਹਾਂ ਐਡਰੈਸਿੰਗ ਮੋਡਸ। These different methods used for specifying the operand is in an instruction are called addressing modes। The computer may use one or more addressing mode in its organization। ਹਰੇਕ ਕੰਪਿਊਟਰ ਆਰਕੀਟੈਕਚਰ ਦੇ ਵਿੱਚ ਆਪਾਂ ਜਿੰਨੇ ਵੀ ਅਲੱਗ-ਅਲੱਗ ਤਰ੍ਹਾਂ ਦੇ ਐਡਰੈਸਿੰਗ ਮੋਡ ਯੂਜ਼ ਕਰ ਸਕਦੇ ਹਾਂ। The operands are determined in an instruction during program execution using one of the addressing modes। ਸੋ ਜਿਹੜਾ ਵੀ ਆਪਾਂ ਐਡਰੈਸਿੰਗ ਮੋਡ ਯੂਜ਼ ਕਰਾਂਗੇ ਉਹਦੇ ਅਕੋਰਡਿੰਗ ਹੀ ਓਪਰੈਂਡਸ ਨੂੰ ਦੇਖ ਸਕਦੇ ਹਾਂ। ਉਹਦੇ ਅਕੋਰਡਿੰਗ ਹੀ ਆਪਾਂ ਓਪਰੈਂਡਸ ਨੂੰ ਡਿਟਰਮਾਈਨ ਕਰਾਂਗੇ। ਸੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਡਰੈਸਿੰਗ ਮੋਡਸ ਨੇ ਉਹ ਕਿਹੜੇ ਨੇ ਇਮੀਡੀਏਟ ਐਡਰੈਸਿੰਗ ਮੋਡਸ, ਇੰਪਲਾਈਡ ਐਡਰੈਸਿੰਗ ਮੋਡਸ, ਡਾਇਰੈਕਟ ਜਾਂ ਫਿਰ ਐਬਸੋਲਿਊਟ ਐਡਰੈਸਿੰਗ ਮੋਡ, ਇਨਡਾਇਰੈਕਟ ਐਡਰੈਸਿੰਗ ਮੋਡ। ਹੁਣ ਫਸਟ ਟਾਈਪ ਹੈ ਆਪਣੇ ਕੋਲ ਇਮੀਡੀਏਟ ਐਡਰੈਸਿੰਗ ਮੋਡ। ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਮੀਡੀਏਟ ਦਾ ਮਤਲਬ ਕੀ ਹੈ ਕਿ ਜੋ ਓਪਰੈਂਡ ਹੈ ਜਾਂ ਜੋ ਨੰਬਰ ਹੈ ਉਹ ਆਪਾਂ ਨੂੰ ਇਮੀਡੀਏਟਲੀ ਮਿਲ ਰਿਹਾ ਹੈ। ਸੋ ਦੀ ਓਪਰੈਂਡ ਇਜ਼ ਸਪੈਸੀਫਾਈਡ ਇਨ ਦੀ ਇੰਸਟਰਕਸ਼ਨ ਇਟਸੈਲਫ। ਇੱਥੇ ਜਿਹੜਾ ਓਪਰੈਂਡ ਹੈ ਜਾਂ ਨੰਬਰ ਹੈ ਉਹ ਡਾਇਰੈਕਟਲੀ ਇੰਸਟਰਕਸ਼ਨ ਦੇ ਵਿੱਚ ਹੀ ਪਿਆ ਹੋਏਗਾ। ਇੰਸਟਰਕਸ਼ਨ ਇਜ਼ ਹੈਵਿੰਗ ਓਪਰੈਂਡ ਫੀਲਡ ਰਾਦਰ ਦੈਨ ਐਡਰੈਸ ਫੀਲਡ। ਜਿਹੜੀ ਇੰਸਟਰਕਸ਼ਨ ਹੈ ਉਹਦੇ ਵਿੱਚ ਓਪਰੈਂਡ ਫੀਲਡ ਹੋਏਗੀ ਯਾਨੀ ਕਿ ਉਹਦੇ ਵਿੱਚ ਡਾਇਰੈਕਟਲੀ ਨੰਬਰ ਹੋਏਗਾ, ਕੋਈ ਵੀ ਐਡਰੈਸ ਨਹੀਂ ਹੋਏਗਾ। ਹੁਣ ਜਦੋਂ ਕੋਈ ਐਡਰੈਸ ਨਹੀਂ ਹੈ ਆਪਾਂ ਨੂੰ ਮੈਮਰੀ ਕੋਲ ਜਾਣ ਦੀ ਲੋੜ ਨਹੀਂ ਹੈ। ਹੈਂਸ ਨੋ ਫੈਚ ਆਪਰੇਸ਼ਨ ਇਜ਼ ਰਿਕੁਆਇਰਡ। ਸੋ ਕੋਈ ਵੀ ਫੈਚ ਆਪਰੇਸ਼ਨ ਦੀ ਵੀ ਰਿਕੁਆਇਰਮੈਂਟ ਨਹੀਂ ਹੈ। ਇਸ ਮੋਡ ਪ੍ਰੋਵਾਈਡਸ ਦੀ ਡਾਟਾ ਟੂ ਇਟਸ ਆਪਕੋਡ ਇਮੀਡੀਏਟਲੀ। ਸੋ ਇਹਦੇ ਵਿੱਚ ਆਪਾਂ ਨੂੰ ਨਾਲ ਦੀ ਨਾਲ ਹੀ ਡਾਟਾ ਮਿਲ ਰਿਹਾ ਹੈ। ਦੈਟ ਇਜ਼ ਵਾਈ ਦਿਸ ਮੋਡ ਇਜ਼ ਕੋਲਡ ਇਮੀਡੀਏਟ ਐਡਰੈਸਿੰਗ ਮੋਡ। ਇਸ ਕਰਕੇ ਇਹਨੂੰ ਇਮੀਡੀਏਟ ਐਡਰੈਸਿੰਗ ਮੋਡ ਬੋਲਦੇ ਹਾਂ। ਇਹਦੇ ਵਿੱਚ ਡਿਸਐਡਵਾਂਟੇਜ ਵੀ ਹੈ ਕਿ ਜਿਹੜਾ ਨੰਬਰ ਹੈ ਜਾਂ ਜਿਹੜਾ ਡਾਟਾ ਹੈ ਉਹ ਲਿਮਟਡ ਹੁੰਦਾ ਹੈ ਕਿ ਉਹਦੀ ਵੈਲਿਊ ਲਿਮਟਡ ਹੋਏਗੀ। Disadvantage is that the value of data is limited by the length of operand field in the instruction। ਸਪੋਜ਼ ਕਰੋ ਇੰਸਟਰਕਸ਼ਨ ਦੇ ਵਿੱਚ ਜਿਹੜੀ ਲੈਂਥ ਹੈ ਉਹ ਆਪਾਂ ਨੂੰ 8 ਬਿਟ ਮਿਲੀ ਹੋਈ ਹੈ ਤਾਂ 8 ਬਿਟ ਦੇ ਵਿੱਚ ਆਪਾਂ ਮੈਕਸਿਮਮ ਕਿੰਨਾ ਨੰਬਰ ਸਟੋਰ ਕਰ ਸਕਦੇ ਹਾਂ। ਅਗਰ ਆਪਾਂ ਸਾਰੇ ਨੰਬਰ ਪੋਜ਼ਿਟਿਵ ਵੀ ਲਗਾ ਕੇ ਚੱਲੀਏ ਤਾਂ 255 ਮੈਕਸਿਮਮ ਨੰਬਰ ਹੋਏਗਾ। ਇਸ ਕਰਕੇ ਇਹਦੇ ਵਿੱਚ ਲਿਮਿਟੇਸ਼ਨ ਹੈ ਕਿ ਆਪਾਂ ਉਹਦੀ ਵੈਲਿਊ ਕਿੰਨੀ ਰੱਖ ਸਕਦੇ ਹਾਂ। ਜਿੰਨੀ ਜ਼ਿਆਦਾ ਆਪਣੇ ਕੋਲ ਬਿਟਸ ਹੋਣਗੀਆਂ, ਜਿੰਨੀ ਜ਼ਿਆਦਾ ਉਹਦੀ ਲੈਂਥ ਹੋਏਗੀ ਉਨਾ ਹੀ ਜ਼ਿਆਦਾ ਆਪਾਂ ਨੰਬਰ ਇੱਥੇ ਸਟੋਰ ਕਰ ਸਕਦੇ ਹਾਂ। ਸੋ ਦਿਸ ਮੋਡ ਇਜ਼ ਜਨਰਲੀ ਯੂਜ਼ਡ ਇਨ ਰਜਿਸਟਰਸ। ਜਨਰਲੀ ਇਹ ਰਜਿਸਟਰਸ ਦੇ ਵਿੱਚ ਯੂਜ਼ ਹੋਏਗਾ। ਇਹਦੀ ਐਡਵਾਂਟੇਜ ਕੀ ਹੈ ਕਿਉਂਕਿ ਰਜਿਸਟਰ 'ਚ ਯੂਜ਼ ਹੋ ਰਿਹਾ ਇਸ ਕਰਕੇ ਇਹ ਕਾਫੀ ਫਾਸਟ ਹੈ। ਸਪੋਜ਼ ਕਰੋ ਐਗਜ਼ਾਮਪਲ ਹੈ ਆਪਣੇ ਕੋਲ ਐਡ R1 ਨੰਬਰ 15। ਇੱਥੇ ਜਿਹੜਾ ਨੰਬਰ 15 ਓਪਰੈਂਡ ਹੈ ਇਹ ਕੀ ਹੈ ਇਮੀਡੀਏਟ ਐਡਰੈਸਿੰਗ ਮੋਡ ਦੇ ਅਕੋਰਡਿੰਗ ਇਹ ਕੀ ਹੈ 15 ਆਪਣੇ ਕੋਲ ਡਾਇਰੈਕਟਲੀ ਓਪਰੈਂਡ ਹੈ ਯਾਨੀ ਕਿ ਡਾਇਰੈਕਟ ਡਾਟਾ ਆਪਾਂ ਨੂੰ ਮਿਲ ਰਿਹਾ ਇੱਥੇ 15। ਯਾਨੀ ਕਿ ਆਪਾਂ ਇਹ 15 ਨੂੰ R1 ਦੇ ਵਿੱਚ ਐਡ ਕਰਾਂਗੇ ਅਤੇ ਉਹ R1 ਦੇ ਵਿੱਚ ਹੀ ਜਾ ਕੇ ਸਟੋਰ ਹੋਏਗਾ। ਸੋ here the binary equivalent of 15 is added to the content of register R1। ਯਾਨੀ ਕਿ 15 ਨੰਬਰ ਨੂੰ ਆਪਾਂ ਰਜਿਸਟਰ R1 ਦੇ ਵਿੱਚ ਐਡ ਕਰਾਂਗੇ and then the result is stored in the register R1 again। The hash sign is used to indicate the value ahead of that is the operand। ਸੋ ਜਿਹੜਾ ਹੈਸ਼ ਸਾਈਨ ਆਪਾਂ ਯੂਜ਼ ਕਰ ਰਹੇ ਹਾਂ ਇਹਦਾ ਮਤਲਬ ਕੀ ਹੈ ਉਸ ਤੋਂ ਬਾਅਦ ਜਿਹੜਾ ਨੰਬਰ ਹੈ ਉਹ ਡਾਇਰੈਕਟਲੀ ਵੈਲਿਊ ਹੈ ਨਾ ਕਿ ਕੋਈ ਐਡਰੈਸ ਹੈ। ਸੋ 15 ਇੱਥੇ ਕੀ ਹੈ ਇੱਕ ਡਾਟਾ ਹੈ। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਹੈ ਇਹ ਇਮੀਡੀਏਟ ਐਡਰੈਸਿੰਗ ਮੋਡ ਹੈ ਇਸ ਕਰਕੇ ਜੋ 15 ਹੈ ਉਹ ਡਾਇਰੈਕਟਲੀ ਡਾਟਾ ਹੈ। ਨੈਕਸਟ ਹੈ ਇੰਪਲਾਈਡ ਐਡਰੈਸਿੰਗ ਮੋਡ। ਇੰਪਲਾਈਡ ਦਾ ਮਤਲਬ ਕੀ ਹੈ ਇੰਪਲਾਈਡ ਦਾ ਮਤਲਬ ਹੁੰਦਾ ਹੈ ਇੰਪਲੀਸਿਟਲੀ। ਜਿੱਦਾਂ ਆਪਾਂ ਪਹਿਲਾਂ ਕੀਤਾ ਸੀ ਇੰਸਟਰਕਸ਼ਨ ਫਾਰਮੈਟਸ ਦੇ ਵਿੱਚ ਪੁਸ਼ ਐਂਡ ਪੋਪ ਆਪਰੇਸ਼ਨ ਯੂਜ਼ ਕੀਤੇ ਸੀ। ਹੁਣ ਉੱਥੇ ਓਪਕੋਡ ਤਾਂ ਆਪਾਂ ਨੂੰ ਪਤਾ ਹੈ ਕਿ ਪੁਸ਼ ਐਂਡ ਪੋਪ ਹੈ ਬਟ ਨਾਲ ਆਪਾਂ ਕੋਈ ਵੀ ਹੋਰ ਚੀਜ਼ ਯੂਜ਼ ਨਹੀਂ ਕਰ ਰਹੇ, ਕੋਈ ਐਡਰੈਸ ਨਹੀਂ ਯੂਜ਼ ਕਰ ਰਹੇ ਬਟ ਸਟਿਲ ਆਪਾਂ ਨੂੰ ਪਤਾ ਹੈ ਕਿ ਓਪਰੇਸ਼ਨ ਕਿਹਦੇ ਉੱਤੇ ਪਰਫੋਰਮ ਕਰਨਾ ਹੁੰਦਾ ਹੈ ਸਟੈਕ ਦੇ ਉੱਤੇ।
तो इस करके इत्थे कोई भी एड्रैस कोई भी ऑपरेंड यूज़ नहीं हो रहा। ऑपरेंड फील्ड जिहड़ी इंप्लाइड है इन ऑपकोड। दिस मोड इज टर्म्ड एज इनहेरेंट और इंप्लाइड मोड बिकॉज द ऑपरेंड इज स्पैसिफाइड इंप्लीसिटली इन द इंस्ट्रक्शन। जिद्दां इत्थे एग्जाम्पल दे विच पोप है, पोप की है, एक ऑपरेशन कोड है तो जिहड़ा किहदे उत्ते ऑपरेशन परफॉर्म करता है, स्टैक के। तो इत्थे इंप्लाइड एड्रैसिंग मोड का मतलब की है, जो एड्रैस है या जो ऑपरेंड फील्ड है वो डायरैक्टली इंस्ट्रक्शन के विच ही है। तो दिस इंस्ट्रक्शन विल फैच आउट द कंटेंट फ्रॉम द टॉप ऑफ स्टैक। तो अपन पता पॉप ऑपरेशन की करता है, स्टैक के उपरों जो टॉप मोस्ट एलीमेंट है उन्होंने फैच करता है, यानी कि उन्होंने बाहर कढ़ता है। तो हेयर नो ऑपरेंड फील्ड इज स्पैसिफाइड इन दी इंस्ट्रक्शन, कोई भी आप इतने ऑपरेंड यूज़ नहीं कर रहे। टाइप है डायरैक्ट एड्रैसिंग मोड। डायरैक्ट एड्रैसिंग मोड के की है कि आपको मैमरी का डायरैक्ट एड्रैस मिलेगा इन इंस्ट्रक्शन। In this mode, the operands are residing in the memory. The address of the memory location where operand are residing is specified in the instruction itself as memory address. तो जिथे जी मैमरी लोकेशन के उत्ते अपना ऑपरेंड पे है, यानी कि अपना डाटा पे है, डायरैक्टली वो एड्रैस इंस्ट्रक्शन के पिया होएगा। So that means the address of the operand is given by the address field of the instruction. तो ਆਪਾਂ ਨੂੰ ਜਿਹੜੀ इंस्ट्रक्शन की एड्रैस फील्ड ਦੇ ਵਿੱਚੋਂ ਜਿਹੜਾ एड्रैस मिल रहा है वो डायरैक्टली किहदा एड्रैस होएगा, डाटा। तो here only one memory access is required for operand fetch. सो सिर्फ एक ही मैमरी फैच की लोड़ है ਆਪਾਂ ਨੂੰ। जिद्दां एग्जाम्पल ਦੇ ਵਿੱਚ देखो अपन लिखा है LDA then memory X। memory X का मतलब की है, memory X का मतलब की है कि कंटेंट ऑफ द memory डिनोटेड बाय X, यानी कि X इत्थे की है, एक एड्रैस है मैमरी का। तो ये इंस्ट्रक्शन की बन रही है LDA मतलब लोड टू अकोमूलेटर। लोड टू अकोमूलेटर ਦੇ ਵਿੱਚ ਆਪਣੇ ਕੋਲ ਕੀ ਆ ਰਿਹਾ ਹੈ, कंटेंट ऑफ memory location that have address X. So the instruction will load the content of memory location having its address X to accumulator AC, यानी कि accumulator रजिस्टर ਦੇ ਵਿੱਚ ਆਪਾਂ ਉਹਨੂੰ ਲੋਡ ਕਰਾਂਗੇ। तो डायरैक्ट एड्रैसिंग मोड ਦੇ ਵਿੱਚ ਆਪਾਂ ਨੂੰ ਕੀ ਮਿਲ ਰਿਹਾ ਹੈ, डायरैक्ट एड्रैस मिल रहा है जिथे अपना ऑपरेंड ਪਿਆ। नैक्सट है इनडायरैक्ट एड्रैसिंग मोड। इनडायरैक्ट एड्रैसिंग मोड ਦੇ ਵਿੱਚ ਕੀ ਹੋਏਗਾ कि ਆਪਾਂ ਨੂੰ ਜਿਹੜਾ ਮੈਮਰੀ ਦੇ ਵਿੱਚ ਐਡਰੈਸ ਦਿੱਤਾ ਹੋਏਗਾ, ਆਪਾਂ ਪਹਿਲਾਂ ਉੱਥੇ ਜਾਵਾਂਗੇ, ਉੱਥੇ ਜਿਹੜੀ ਵੈਲਿਊ ਹੋਏਗੀ ਉਹ ਫਰਦਰ ਐਡਰੈਸ ਹੋਏਗਾ ਜਿੱਥੇ ਆਪਣਾ ਐਕਚੁਅਲ ਡਾਟਾ ਪਿਆ। So the memory address field of the instruction specify the memory address where the operands are residing, यानी कि जो ਆਪਾਂ ਨੂੰ इंस्ट्रक्शन ਦੇ ਵਿੱਚ ਐਡਰੈਸ ਮਿਲਿਆ ਉਹ ਆਪਣੇ ਡਾਟਾ ਦਾ ਜਾਂ operand ਦਾ ਐਡਰੈਸ ਨਹੀਂ ਹੈ, ਉਹ ਅੱਗੇ ਇੱਕ ਫਰਦਰ ਐਡਰੈਸ ਹੈ ਜਿੱਥੇ ਆਪਣਾ ਡਾਟਾ ਪਿਆ। That means the instruction specify the memory address which further contain the memory address where the operand is residing. So जिमें कि आप पॉइंटर ਦੇ ਵਿੱਚ ਕਰਦੇ ਹਾਂ, सेम उसी तरह this addressing mode is helpful to implement the concept of pointer. अगर आप इसकी एग्जांपल लईए load R1, memory of 200, तो इत्थे अगर आप इनू इनडायरैक्ट एड्रैसिंग मोड के अकॉर्डिंग देखते हैं M200 ਨੂੰ, तो सपोज करो here in the instruction memory address is 200। ਆਪਾਂ ਨੂੰ इंस्ट्रक्शन ਦੇ ਵਿੱਚ ਕੀ ਮਿਲਿਆ ਹੈ, 200 एड्रैस मिले है। सपोज द वैल्यू एट मैमरी एड्रैस 200 इज दी 300। सपोज करो 200 एड्रैस के उत्ते कितनी वैल्यू पई है, 300। अगर तो ये डायरैक्ट एड्रैसिंग मोड होंदा फिर ਆਪਾਂ ਨੂੰ ਇੱਥੇ डाटा की मिलना सी 300, बट ਇੱਥੇ हुणे 300 डाटा नहीं है। इनडायरैक्ट होने करके 300 की है एक फर्दर एड्रैस है विच इज़ फाइनली होल्डिंग दी ऑपरेंड। सो 300 एड्रैस के उत्ते जावांगे, उत्थे कोई भी वैल्यू हो सकती है 10, 20, 50, वो की होएगा अपना एक्चुअल डाटा होएगा। तो द इंस्ट्रक्शन साइकिल टाइम इज़ हायर सिंस 2 मैमरी एक्सैस आर रिक्वायर्ड इवन फॉर सिंगल इंस्ट्रक्शन। तो ਆਪਾਂ ਨੂੰ ਇੱਥੇ एक इंस्ट्रक्शन वास्ते 2 मैमरी फैच ऑपरेशन की लोड़ पै रही। नेक्स्ट है रजिस्टर एड्रैसिंग मोड। रजिस्टर एड्रैसिंग मोड ਦੇ ਵਿੱਚ डायरैक्ट, अगर आप इनू डायरैक्ट रजिस्टर एड्रैसिंग मोड भी कह सकते हैं। तो डायरैक्ट रजिस्टर ਦੇ ਵਿੱਚ ਕੀ ਹੋਏਗਾ कि ਆਪਾਂ ਨੂੰ डायरैक्टली रजिस्टर का नंबर दिता होएगा जिथे अपना कंटेंट पे है, जिथे अपना डाटा पे है। तो इन दिस मोड दी ऑपरेंड्स आर इन वन ऑफ द रजिस्टर ऑफ CPU। ये अपना जो कंटेंट वो कितने होएगा, रजिस्टर ਦੇ ਵਿੱਚ होएगा। तो दी रजिस्टर एड्रैस इज गिवन इन दी इंस्ट्रक्शन। सो डायरैक्टली जो वो रजिस्टर का एड्रैस है वो इंस्ट्रक्शन के दिता होएगा, जिमें कि नीचे एग्जाम्पल आ रहे हैं एड R1, R2। सो इत्थे अगर दोनों ही आप डायरैक्ट रजिस्टर के अकॉर्डिंग देखते हैं,
R1 ਦੇ ਵਿੱਚ ਵੀ ਕੋਈ ਕੰਟੈਂਟ ਪਿਆ ਹੈ ਤੇ R2 ਦੇ ਵਿੱਚ ਵੀ ਕੋਈ ਕੰਟੈਂਟ ਪਿਆ ਹੈ ਤੇ ਦੋਨਾਂ ਨੂੰ ਆਪਾਂ ਐਡ ਕਰਕੇ R1 'ਚ ਸਟੋਰ ਕਰਦੇ ਹਾਂ। ਸੋ ਇਹ ਡਾਇਰੈਕਟ ਰਜਿਸਟਰ ਐਡਰੈਸਿੰਗ ਮੋਡ ਹੈ, ਜਿੱਥੇ ਕਿ ਆਪਾਂ ਨੂੰ ਇੰਸਟਰਕਸ਼ਨ ਦੇ ਵਿੱਚ ਰਜਿਸਟਰ ਦਾ ਨੰਬਰ ਦਿੱਤਾ ਹੋਏਗਾ ਤੇ ਜਿੱਥੇ ਆਪਣਾ ਕੰਟੈਂਟ ਪਿਆ। ਸੋ ਦੀ ਕੰਟੈਂਟ ਆਫ ਰਜਿਸਟਰ R1 ਇਜ਼ ਐਡਡ ਟੂ ਦੀ ਕੰਟੈਂਟ ਆਫ ਰਜਿਸਟਰ R2। ਰਿਜ਼ਲਟ ਵੀ ਬਾਅਦ 'ਚ ਕਿੱਥੇ ਸਟੋਰ ਹੋ ਰਿਹਾ ਹੈ, R1 ਦੇ ਵਿੱਚ। ਨੈਕਸਟ ਹੈ ਰਜਿਸਟਰ ਇਨਡਾਇਰੈਕਟ। ਜਿੱਦਾਂ ਆਪਣੇ ਕੋਲ ਮੈਮਰੀ ਇੰਡਾਇਰੈਕਟ ਐਡਰੈਸਿੰਗ ਮੋਡ ਸੀ, ਸੇਮ ਉਸੇ ਤਰੀਕੇ ਨਾਲ ਰਜਿਸਟਰ ਇਨਡਾਇਰੈਕਟ ਐਡਰੈਸਿੰਗ ਮੋਡ ਹੈ, ਯਾਨੀ ਕਿ ਆਪਾਂ ਨੂੰ ਰਜਿਸਟਰ ਦੇ ਉੱਤੇ ਜਿਹੜੀ ਵੈਲਿਊ ਦਿੱਤੀ ਹੋਏਗੀ, ਰਜਿਸਟਰ ਨੰਬਰ ਦਿੱਤਾ ਹੋਏਗਾ ਪਹਿਲਾਂ ਇੰਸਟਰਕਸ਼ਨ ਦੇ ਵਿੱਚ, ਉੱਥੇ ਆਪਾਂ ਦੇਖਾਂਗੇ ਕੀ ਵੈਲਿਊ ਪਈ ਹੈ ਤੇ ਉਹ ਵੈਲਿਊ ਕੀ ਹੋਏਗੀ, ਆਪਣਾ ਐਡਰੈਸ ਹੋਏਗਾ ਜਿੱਥੇ ਕਿ ਐਕਚੁਅਲ ਡਾਟਾ ਹੈ। So in this mode, register contains the memory address of operand rather than the operand itself। ਡਾਇਰੈਕਟ ਰਜਿਸਟਰ ਦੇ ਵਿੱਚ ਕੀ ਸੀ, ਡਾਇਰੈਕਟ ਰਜਿਸਟਰ 'ਚ ਆਪਣੇ ਕੋਲ ਰਜਿਸਟਰ ਦੇ ਵਿੱਚ ਡਾਇਰੈਕਟਲੀ ਡਾਟਾ ਪਿਆ ਸੀ, ਬਟ ਇੱਥੇ ਹੁਣ ਇਨਡਾਇਰੈਕਟ ਰਜਿਸਟਰ ਮੋਡ ਹੈ। ਸੋ ਇਸ ਕਰਕੇ ਰਜਿਸਟਰ ਦੇ ਵਿੱਚ ਕੀ ਪਿਆ ਹੈ, ਮੈਮਰੀ ਐਡਰੈਸ ਪਿਆ ਹੈ ਜਿੱਥੇ ਆਪਣਾ ਐਕਚੁਅਲ operand ਪਿਆ। So that means register contain the address of operand than that of operand itself। ਰਜਿਸਟਰ ਦੇ ਵਿੱਚ ਕੀ ਹੈ, operand ਦਾ ਐਡਰੈਸ ਹੈ, ਨਾ ਕਿ operand। ਸਪੋਜ਼ ਕਰੋ ਇੱਥੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ, ਲੋਡ ਅਕਮੂਲੇਟਰ B। ਇੱਥੇ B ਦਾ ਮਤਲਬ ਕੀ ਹੈ, ਇਨਡਾਇਰੈਕਟ ਐਡਰੈਸ ਹੋਣ ਕਰਕੇ ਪਹਿਲਾਂ ਆਪਾਂ B ਰਜਿਸਟਰ ਦੇ ਉੱਤੇ ਜਾਵਾਂਗੇ ਤੇ B ਰਜਿਸਟਰ ਦੇ ਉੱਤੇ ਜਿਹੜੀ ਵੈਲਿਊ ਪਈ ਹੈ ਉਸ ਮੈਮਰੀ ਦੇ ਉੱਤੇ ਜਾ ਕੇ ਆਪਾਂ ਦੇਖਾਂਗੇ ਡਾਟਾ ਕੀ ਪਿਆ। तो LDAX का मतलब की है, लोड इनटू अकमूलेटर। B means load the accumulator with the content of memory location whose address is residing in the register B। यानी कि रजिस्टर B ਦੇ ਵਿੱਚ ਆਪਾਂ ਦੇਖਾਂਗੇ ਜੋ ਵੈਲਿਊ ਪਈ ਹੈ ਉਹ ਵੈਲਿਊ ਨਹੀਂ ਹੈ, ਉਹ ਮੈਮਰੀ ਐਡਰੈਸ ਹੋਏਗਾ ਤੇ ਉਸ ਪਾਰਟਿਕੂਲਰ ਮੈਮਰੀ ਐਡਰੈਸ ਦੇ ਉੱਤੇ ਜਿਹੜੀ ਵੈਲਿਊ ਹੋਏਗੀ ਉਹ ਆਪਾਂ ਲੋਡ ਕਰਾਂਗੇ ਅਕਮੂਲੇਟਰ। नेक्स्ट है ऑटो इंक्रीमेंट और ऑटो डिक्रीमेंट एड्रेसिंग मोड। दिस मोड इज लाइक दैट ऑफ रजिस्टर इनडायरैक्ट मोड। सेम इत्थे अपने को रजिस्टर नंबर दिता होएगा, बट इत्थे एक डिफरेंस है कि इंस्ट्रक्शन तो बाद आटोमैटिकली जिहड़ा उहदा कंटेंट है इंक्रीमेंट हो जाएगा। किवें, इन ऑटो इंक्रीमेंट द रजिस्टर वैल्यू इज इंक्रीमेंटेड आफ्टर द एग्जीक्यूशन ऑफ द इंस्ट्रक्शन। सो इत्थे ध्यान रखने की गल है कि आफ्टर एग्जीक्यूशन ऑफ द इंस्ट्रक्शन, पहला इंस्ट्रक्शन एग्जीक्यूट होएगी, दैन उस तो बाद जो भी रजिस्टर की वैल्यू एक इंक्रीमेंट हो जाएगी। इन ऑटो डिक्रीमेंट ਦੇ ਵਿੱਚ ਕੀ ਹੋਏਗਾ, ਦੀ ਰਜਿਸਟਰ ਵੈਲਿਊ ਇਜ਼ ਡਿਕਰੀਮੈਂਟਡ ਬਿਫੋਰ ਦ ਐਗਜ਼ੀਕਿਊਸ਼ਨ ਆਫ ਇੰਸਟਰਕਸ਼ਨ। ਇੱਥੇ ਕਿਹੜੀ ਚੀਜ਼ ਇੰਪੋਰਟੈਂਟ ਹੈ, ਬਿਫੋਰ ਦ ਐਗਜ਼ੀਕਿਊਸ਼ਨ ਆਫ ਇੰਸਟਰਕਸ਼ਨ। ਯਾਨੀ ਕਿ ਆਟੋ ਡਿਕਰੀਮੈਂਟ ਦੇ ਵਿੱਚ ਕੀ ਹੋਏਗਾ, ਪਹਿਲਾਂ ਰਜਿਸਟਰ ਦੀ ਵੈਲਿਊ ਡਿਕਰੀਮੈਂਟ ਹੋਏਗੀ, ਦੈਨ ਇੰਸਟਰਕਸ਼ਨ ਐਗਜ਼ੀਕਿਊਟ ਹੋਏਗੀ ਬਾਅਦ ਵਿੱਚ। This is required in sequential execution of the instructions in program। so ਜਿਹੜੀਆਂ ਇੰਸਟਰਕਸ਼ਨਸ ਨੂੰ ਆਪਾਂ ਸਿਕੁਐਂਸ਼ਲੀ ਐਗਜ਼ੀਕਿਊਟ ਕਰਨਾ ਹੁੰਦਾ ਹੈ ਉੱਥੇ ਜ਼ਿਆਦਾਤਰ ਯੂਜ਼ ਹੁੰਦੀ ਹੈ। एग्जाम्पल इतने LDAX-B यानी कि लोड टू अकमूलेटर तो मैमरी सेम उही रजिस्टर वाली स्टेटमेंट है, यानी कि एग्जीक्यूशन यदि उदा ही होएगी, बस ये फर्क की है कि इन ऑटो इंक्रीमेंट द वैल्यू ऑफ रजिस्टर B इज इंक्रीमेंटेड आफ्टर द एग्जीक्यूशन ऑफ इंस्ट्रक्शन। यानी कि पहला इंस्ट्रक्शन एग्जीक्यूट होएगी, फिर उस तो बाद जो B रजिस्टर की वैल्यू है वो एक इंक्रीमेंट हो जाएगी। एंड इन ऑटो डिक्रीमेंट द वैल्यू ऑफ रजिस्टर B इज डिक्रीमेंट बिफोर द एग्जीक्यूशन ऑफ इंस्ट्रक्शन। तो डिक्रीमेंट के केस की होएगा, पहला वैल्यू डिक्रीमेंट होएगी एक, फिर एग्जीक्यूशन, फिर इंस्ट्रक्शन एग्जीक्यूट होएगी। नैक्सट है रिलेटिव एड्रैसिंग मोड। जी नैक्सट 3 टाइप्स ने वो एक तरह दी सेम जी ने, रिलेटिव एड्रैसिंग मोड, इनडायरैक्ट एड्रैसिंग मोड एंड बेस रजिस्टर एड्रैसिंग मोड। देखो ये की करना है, पहले आप देखते हैं रिलेटिव एड्रैसिंग मोड। रिलेटिव एड्रैसिंग मोड ਦੇ ਵਿੱਚ ਕੀ ਹੋਏਗਾ, इन दिस मोड द एड्रैस पार्ट ऑफ इंस्ट्रक्शन, कि जो भी ਆਪਾਂ ਨੂੰ इंस्ट्रक्शन ਦੇ ਵਿੱਚ वैल्यू ਦਿੱਤੀ ਹੋਏਗੀ, जो भी एड्रैस ਦਿੱਤਾ ਹੋਏਗਾ, दैट इज एडेड टू प्रोग्राम काउंटर टू गैट द इफेक्टिव एड्रैस। यानी कि जो भी ਆਪਾਂ ਨੂੰ वैल्यू इंस्ट्रक्शन ਦੇ ਵਿੱਚ ਦਿੱਤੀ ਹੋਈ ਹੈ ਉਹਨੂੰ ਆਪਾਂ प्रोग्राम काउंटर ਦੀ वैल्यू ਨਾਲ ਐਡ ਕਰਾਂਗੇ, दैन ਉਹ ਕੀ ਬਣੂਗਾ ਆਪਣਾ इफेक्टिव एड्रैस। इफेक्टिव एड्रैस ਹੁੰਦਾ ਹੈ ਜਿੱਥੇ ਐਕਚੁਅਲ एड्रैस है ਉੱਥੇ ਆਪਣਾ डाटा ਪਿਆ, यानी कि इफेक्टिव एड्रैस के उत्ते एक्चुअल डाटा पिया होएगा। एट दिस इफेक्टिव एड्रैस दी ऑपरेंड्स आर रिजाइडिंग इन दी मैमरी।
दिस मोड रिक्वायर लैसर नंबर ऑफ बिट्स इन द एड्रैस पार्ट, क्योंकि हम मोस्टली आप ये की ऐड करांगे प्रोग्राम काउंटर, तो प्रोग्राम काउंटर की जी भी वैल्यू होएगी इस ऐड हो जाएगी। सो इस करके आपको इतने घट बिट्स की लोड़ है। दिस मोड इज़ यूज्ड फॉर ब्रांच एड्रैस, प्रोवाइड द ब्रांच एड्रैस शुड बी नीयर टू इंस्ट्रक्शन एड्रैस। तो जो ब्रांच का एड्रैस है ये आप अगे डिटेल देखा की होएगा, तो ये इंस्ट्रक्शन एड्रैस के नेड़े होना चाहिए। हम सपोज करो आप एग्जाम्पल लेने जंप +8 दैन पी सी मीनस प्रोग्राम काउंटर, यानी कि हम सपोज करो अगर प्रोग्राम काउंटर की वैल्यू 300 है तो अपना इफेक्टिव एड्रैस की बनेगा 300 + 8 दैट इज़ 308। सो 308 जो मैमरी एड्रैस है उत्थे जी वैल्यू पई होएगी आप उत्थे जंप करांगे, जैन कि वो अपना एक्चुअल एंड होएगा। इसी तरीके नाल अगर -8 है तो आप 300 दे विच 8 माइनस कर देंगे तो उत्थे 292 बन जाएगा इफेक्टिव एड्रैस। नेक्स्ट है इंडेक्स एड्रैसिंग मोड। इंडेक्स एड्रैसिंग मोड दे विच की होएगा कि जो भी अपन वैल्यू एड्रैस फील्ड च दी हुई है उन्होंने आप इंडेक्स रजिस्टर के कंटेंट नाल ऐड करांगे तो वो की बनेगा अपना इफेक्टिव एड्रैस। जिदा उपर रिलेटिव एड्रैस के कि ऐड किया प्रोग्राम काउंटर के नाल, सो इत्थे आप इंडेक्स रजिस्टर नाल ऐड करांगे। In this mode, the address part of instruction is added to the content of index register to get the effective address. तो इत्थे आपां index register दे नाल ऐड करांगे। Index register is one of the register of CPU containing index value. Index register एक कोई भी एक स्पैशल रजिस्टर कह सकते हैं जिहदे विच इंडेक्स वैल्यू होएगी। तो दैट इंडेक्स वैल्यू इज टर्म्ड एज ऑफसैट और डिसप्लेसमेंट, उन्होंने आप ऑफसैट भी कह सकते हैं। तो जो भी अपन एड्रैस फील्ड के इंस्ट्रक्शन अपन जो भी वैल्यू दी होएगी उन्होंने पहला आप इंडेक्स रजिस्टर नाल ऐड करांगे तो की बनेगा इफेक्टिव एड्रैस, उत्थे अपनी डाटा क्या होएगा। इसी तरीके नाल बेस रजिस्टर एड्रैस है। सो ये आप बेस रजिस्टर होंगे एक स्पैशल वो कंटेंट को आप ऐड करांगे। In this mode, the offset part of instruction is added to the content of base register to get the effective address. So at this effective address, the operand is residing. ਇਹਦੇ ਵਿੱਚ ਆਪਾਂ ਕੀ ਨੂੰ ਐਡ ਕਰਾਂਗੇ, ਬੇਸ ਰਜਿਸਟਰ ਨੂੰ ਐਡ ਕਰਾਂਗੇ ਤੇ ਉਸ ਐਡਰੈਸ ਦੇ ਉੱਤੇ ਆਪਣਾ ਡਾਟਾ ਪਿਆ ਹੋਏਗਾ। तो ये सी 10 अपने एड्रैसिंग मोड्स। हर एक कंप्यूटर के डिपेंड करता है, ये बेसिक एड्रैसिंग मोड्स ने। किसी कंप्यूटर 4 एड्रैसिंग मोड भी हो सकते हैं, किसी कंप्यूटर 8 भी हो सकते हैं, किसी 16 भी हो सकते हैं, 32 भी हो सकते हैं। वो डिपेंड करता है कंप्यूटर के आर्कीटैक्चर पर। हर एक कंप्यूटर के अपने अकॉर्डिंग एड्रैसिंग मोड्स हो सकते हैं। जिन्ने ज़्यादा एड्रैसिंग मोड्स होंगे उन्ना ही कंप्यूटर फ्लैक्सीबल होएगा तो उन्ना ही ज़्यादा कंपलैक्स भी होएगा, जिन्ने घट होंगे उन्ना ही कंप्यूटर सिंपल होएगा। नैक्सट इतने एक एग्जाम्पल है, एग्जाम्पल में तुम अपने आप सॉल्व करके देखना है। मतलब इतने तुम देखना है कि किहड़े कंटेंट होंगे। इतने थोड़ा जिहा आइडिया देख लो। तो एन इंस्ट्रक्शन लोड टू अकमुलेटर, इतने अपने को इंस्ट्रक्शन की है लोड टू अकमुलेटर, जिदा कि मैं लिखा है LDA। तो जी वो इंस्ट्रक्शन है वो कितने स्टोर है 400 एड्रैस से, बट वो अपने लिए इंपॉर्टेंट नहीं है। अपने लिए की इंपॉर्टेंट है द एड्रैस फील्ड हैज़ द वैल्यू 600, यानी कि इंस्ट्रक्शन के जी एड्रैस फील्ड है उत्थे कितनी वैल्यू है 600। सो अपने को इतने इंस्ट्रक्शन की बन गई LDA 600, LDA 600। ये दूसरी साइड हम जो अपने को इतने दो तरह के एड्रैसिज यूज़ होंगे, एक मैमरी एड्रैस या फिर रजिस्टर एड्रैस। जो तो मैमरी एड्रैस की गल हो रही है फिर तुम कि इंस्ट्रक्शन देखोगे LDA 600। अगर कोई रजिस्टर की गल हो रही है फिर उत्थे की देखोगे LDA R1। ओके, ये अकॉर्डिंग पहला इनू एग्जाम्पल सॉल्व करो, उन्होंने वैल्यूज नोट आउट करो। थैंक यू।